बहुत बहुत स्वागत है जी। स्वागत जिंदगी दे ऑनलाइन ਲੈਕਚਰਸ ਦੀ ਵਿਸ਼ੇਸ਼ ਲੜੀ ਦੀ ਅੱਜ ਦੀ ਅਹਿਮ ਕੜੀ ਦੇ ਵਿੱਚ ਮੈਂ ਰਵਨੀਤ ਕੌਰ। ਅੱਜ ਆਪਾਂ ਗੱਲ ਕਰਾਂਗੇ ਸਵਾਗਤ ਜ਼ਿੰਦਗੀ ਵਿਸ਼ੇ ਦੇ ਬਾਰੇ ਵਿੱਚ, ਜਿਸ ਬਾਰੇ ਦੋ ਗੱਲਾਂ ਅਹਿਮੀਅਤ ਰੱਖਦੀਆਂ ਨੇ। ਜੇ ਦੋਹਾਂ ਸ਼ਬਦਾਂ ਨੂੰ ਧਿਆਨ ਨਾਲ ਵੇਖੀਏ ਤਾਂ ਸਵਾਗਤ ਅਤੇ ਜ਼ਿੰਦਗੀ ਦੋਵਾਂ ਨੂੰ ਹੀ ਆਪਾਂ ਸਮੇਂ ਦੀ ਅਹਿਮ ਲੋੜ ਮੰਨ ਸਕਦੇ ਹਾਂ। ਸਵਾਗਤ ਤੇ ਜ਼ਿੰਦਗੀ ਦੋਵਾਂ ਸ਼ਬਦਾਂ ਨੂੰ ਅੱਡ-ਅੱਡ ਕਰਦਿਆਂ ਜੇ ਆਪਾਂ ਨਿਖੇੜ ਕੇ ਵੇਖਦੇ ਹਾਂ ਤਾਂ ਸਵਾਗਤ ਵੀ ਸਾਡੇ ਅੱਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਹੈ, ਕਿਉਂਕਿ ਕਿਸੇ ਦਾ ਮਨੋ ਸਵਾਗਤ ਉਹੀ ਕਰ ਸਕਦਾ ਹੈ, ਕਿਸੇ ਦੀ ਤਾਰੀਫ ਜਾਂ ਪ੍ਰਸ਼ੰਸਾ ਉਹੀ ਕਰ ਸਕਦਾ ਹੈ ਜਿਸ ਦੇ ਵਿੱਚ ਇਹ ਹੁਨਰ ਹੋਵੇ, ਜਿਸ ਦੇ ਵਿੱਚ ਮਾਦਾ ਹੋਵੇ, ਕਿਸੇ ਨੂੰ ਬਰਦਾਸ਼ਤ ਕਰਨ ਦਾ, ਕਿਸੇ ਨੂੰ ਸਵੀਕਾਰ ਕਰਨ ਦਾ, ਕਿਸੇ ਦੀ ਤਾਰੀਫ ਨੂੰ ਜਰਨਾ ਤੇ ਕਿਸੇ ਦੀ ਤਾਰੀਫ ਨੂੰ ਕਰਨਾ ਬਹੁਤ ਜ਼ਰੂਰੀ ਹੈ, ਬਹੁਤ ਲਾਜ਼ਮ ਹੈ ਅੱਜ ਦੇ ਸਮੇਂ ਦੇ ਵਿੱਚ ਇਹ ਤਾਲੀਮ ਆਪਣੇ ਵਿਦਿਆਰਥੀਆਂ ਨੂੰ ਵੀ ਦੇਣਾ। ਦੂਸਰੀ ਗੱਲ, ਜੇ ਜ਼ਿੰਦਗੀ ਨੂੰ ਲਈਏ ਤਾਂ ਜ਼ਿੰਦਗੀ ਅਜਿਹਾ ਸ਼ਬਦ ਹੈ ਜਿਹਦੇ ਬਾਰੇ ਅਸੀਂ ਅਕਸਰ ਸੋਚਦੇ ਹੀ ਨਹੀਂ, ਹਾਲਾਂਕਿ ਅਸੀਂ ਹਰ ਰੋਜ਼ ਜ਼ਿੰਦਗੀ ਜਿਉਂਦੇ ਹਾਂ। ਸਾਡੀ ਜੋ ਜ਼ਿੰਦਗੀ ਹੈ ਇਹ ਬਿਲਕੁਲ ਸਾਹ ਲੈਣ ਵਾਂਗ ਇੱਕ ਅਜਿਹੀ ਪ੍ਰਕਿਰਿਆ ਬਣ ਗਈ ਹੈ ਜਿਸ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ, ਪਰ ਬਹੁਤ ਜ਼ਰੂਰੀ ਹੈ ਕਿ ਅਸੀਂ ਜ਼ਿੰਦਗੀ ਨੂੰ ਸੱਚਮੁੱਚ ਦੇ ਅਰਥਾਂ ਦੇ ਵਿੱਚ ਅਜਿਹੇ ਤਰੀਕੇ ਨਾਲ, ਮਿਸਾਲੀ ਤਰੀਕੇ ਨਾਲ ਜਿਉਂ ਕੇ ਵਿਖਾਈਏ ਕਿ ਹਰ ਕੋਈ ਉਸ ਤੋਂ ਪ੍ਰੇਰਨਾ ਲੈ ਸਕੇ, ਅਸੀਂ ਵੀ ਨਾਜ਼ ਕਰੀਏ ਤੇ ਕੋਈ ਹੋਰ ਵੀ ਉਸ ਉੱਪਰ ਨਾਜ਼ ਕਰੇ। ਬੱਚਿਓ, ਪਹਿਲਾਂ ਆਪਾਂ ਗੱਲ ਕਰਦੇ ਹਾਂ ਲੋੜ ਦੀ, ਕਿ ਸਾਡੇ ਕੋਲ ਪਹਿਲਾਂ ਵੀ ਕਾਫੀ ਵਿਸ਼ੇ ਸੀ ਪੜ੍ਹਨ ਵਾਸਤੇ, ਪਹਿਲਾਂ ਵੀ ਸਾਡੇ ਬਸਤੇ ਕਿਤਾਬਾਂ ਦੇ ਨਾਲ ਭਰੇ ਹੁੰਦੇ ਸੀ। ਫਿਰ ਕਿਉਂ ਅਜਿਹੀ ਲੋੜ ਜਾਂ ਜ਼ਰੂਰਤ ਮਹਿਸੂਸ ਹੋਈ ਜਿਹਦੇ ਕਰਕੇ ਇੱਕ ਨਵਾਂ ਵਿਸ਼ਾ ਤੁਹਾਡੇ ਸਿਲੇਬਸ ਤੇ ਅਸਲ ਦੇ ਵਿੱਚ ਇਹ ਵਿਸ਼ਾ ਹੀ ਅਜਿਹਾ ਜਿਹਦੀ ਲੋੜ ਸਿਰਫ ਤੇ ਸਿਰਫ ਤੁਹਾਨੂੰ ਆਪਣੀ ਪ੍ਰੀਖਿਆ ਪਾਸ ਕਰਨ ਲਈ ਜਾਂ ਆਪਣੇ ਸਕੂਲ ਦੇ ਵਿੱਚ ਪੀਰੀਅਡ ਲਗਾਉਣ ਤੱਕ ਸੀਮਤ ਨਹੀਂ ਹੈ। ਇਹ ਅਜਿਹੀ ਲੋੜ ਆ ਜਿਹੜੀ ਤੁਸੀਂ ਆਪਣੇ ਘਰਾਂ 'ਚ ਵੀ ਮਹਿਸੂਸ ਕਰਦੇ ਹੋ, ਸਮਾਜ ਦੇ ਵਿੱਚ ਵੀ ਮਹਿਸੂਸ ਕਰਦੇ ਹੋ, ਤੇ ਹੋਰ ਤਾਂ ਹੋਰ ਜਦੋਂ ਕੋਈ ਤੁਹਾਨੂੰ ਇਹ ਤਾਨਾ ਦੇ ਦੇਵੇ, ਇਹ ਮਿਹਣਾ ਮਾਰ ਦੇਵੇ ਕਿ ਵੈਸੇ ਤਾਂ ਤੂੰ ਪੜ੍ਹਿਆ ਲਿਖਿਆ ਤੇ ਤੈਨੂੰ ਇਸ ਗੱਲ ਦਾ ਨਹੀਂ ਪਤਾ, ਜਾਂ ਤੇਰੇ ਵਿੱਚ ਇਹ ਗੁਣ ਨਹੀਂ ਹੈ, ਤੈਨੂੰ ਕਿਸੇ ਨੇ ਦੱਸਿਆ ਨਹੀਂ, ਤੈਨੂੰ ਜ਼ਿੰਦਗੀ ਜਿਉਣ ਦਾ ਚੱਜ ਨਹੀਂ ਆਉਂਦਾ, ਬਸ ਇਸ ਤਰ੍ਹਾਂ ਦੇ ਮਿਹਣੇ ਕਰਕੇ ਫਿਰ ਸਾਡਾ ਮਨ ਕਰਦਾ ਕਿ ਅਸਲੀਅਤ ਦੇ ਵਿੱਚ ਅਸਲੀ ਇਨਸਾਨ ਬਣਾਉਣ ਵਾਲੀ ਸਿੱਖਿਆ ਕਿਤੇ ਨਾ ਕਿਤੇ ਅਜੇ ਵੀ ਕਿਸੇ ਪੱਖੋਂ ਅਧੂਰੀ ਸੀ, ਤੇ ਉਸ ਘਾਟ ਨੂੰ ਪੂਰਾ ਕਰਨ ਲਈ ਅਸੀਂ ਲੈ ਕੇ ਆਏ ਹਾਂ ਇਹ ਨਵਾਂ ਵਿਸ਼ਾ ਜਿਸ ਦਾ ਨਾਂ ਹੈ ਸਵਾਗਤ ਜ਼ਿੰਦਗੀ। ਅਸੀਂ ਬਹੁਤ ਲੋਕਾਂ ਦਾ ਸਵਾਗਤ ਕਰਦੇ ਹਾਂ ਜ਼ਿੰਦਗੀ ਦੇ ਵਿੱਚ, ਬਹੁਤ ਸਾਰੇ ਸਮਿਆਂ ਦਾ, ਮੌਕਿਆਂ ਦਾ, ਨਵੀਆਂ ਤਬਦੀਲੀਆਂ ਦਾ ਸਵਾਗਤ ਕਰਦੇ ਹਾਂ, ਪਰ ਜਿਹੜਾ ਇਹ ਵਿਸ਼ਾ ਇੱਕ ਅਜਿਹਾ ਸਵਾਗਤ ਮੰਗਦਾ ਜਿਹਦੇ ਵਿੱਚ ਤੁਹਾਨੂੰ ਪਹਿਲੇ ਵਿਸ਼ਿਆਂ ਨਾਲੋਂ ਬੜਾ ਫਰਕ ਨਜ਼ਰ ਆਏਗਾ। ਤੇ ਇੱਕ ਗੱਲ ਹੋਰ ਵੀ ਅਜ਼ਮਾ ਕੇ ਵੇਖਿਓ ਕਿ ਇਸ ਵਿਸ਼ੇ ਨਾਲ ਤੁਹਾਡੇ ਬਾਕੀ ਵਿਸ਼ਿਆਂ ਦੀ ਤਿਆਰੀ ਜ਼ਿਆਦਾ ਚੰਗੀ ਤਰ੍ਹਾਂ ਹੋਵੇਗੀ, ਕਿਉਂਕਿ ਇਹਦੇ ਨਾਲ ਤੁਹਾਡਾ ਮਨ ਇਕਾਗਰ ਹੋ ਜਾਏਗਾ, ਤੁਹਾਡਾ ਮਿਹਨਤ ਕਰਨ ਨੂੰ ਦਿਲ ਕਰੇਗਾ। ਹੁਣ ਅਕਸਰ ਤੁਹਾਨੂੰ ਮਾਪੇ ਜਾਂ ਅਧਿਆਪਕ ਕਹਿੰਦੇ ਨੇ, ਵਾਰ-ਵਾਰ ਕਹਿੰਦੇ ਨੇ ਮਿਹਨਤ ਕਰ, ਮਿਹਨਤ ਕਰ, ਪਰ ਤੁਹਾਡਾ ਮਨ ਨਹੀਂ ਕਰਦਾ ਹੁੰਦਾ। ਕਈ ਵਾਰ ਕਿਤਾਬ ਖੁੱਲੀ ਹੁੰਦੀ ਹੈ, ਅੱਖਰ ਦਿਖ ਰਹੇ ਹੁੰਦੇ ਨੇ, ਪਰ ਸਾਡਾ ਧਿਆਨ ਉੱਥੇ ਹੁੰਦਾ ਹੀ ਨਹੀਂ ਹੈ। ਇਹੀ ਕੁਝ ਸਾਡੇ ਨਾਲ ਵੀ ਹੁੰਦਾ ਰਿਹਾ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ। ਪਰ ਇਹ ਇੱਕ ਅਜਿਹਾ ਵਿਸ਼ਾ ਜਿਹੜਾ ਤੁਹਾਨੂੰ ਇਹ ਚੀਜ਼ ਵੀ ਸਿਖਾ ਦੇਵੇਗਾ, ਤੁਹਾਡੇ ਅੰਦਰ ਹੀ ਇਹ ਗੁਣ ਪੈਦਾ ਹੋ ਜਾਣਾ ਕਿ ਕਿਵੇਂ ਧਿਆਨ ਟਿਕਾ ਕੇ ਪੜ੍ਹਿਆ ਜਾ ਸਕਦਾ। ਤੇ ਪੜ੍ਹਨਾ ਸਿਰਫ ਆਪਾਂ ਆਪਣੀਆਂ ਕਿਤਾਬਾਂ ਨੂੰ ਹੀ ਨਹੀਂ, ਬਲਕਿ ਜ਼ਿੰਦਗੀ ਦੀ ਕਿਤਾਬ ਨੂੰ ਵੀ ਜ਼ਰੂਰ ਪੜ੍ਹਨਾ। ਤੁਸੀਂ ਗਣਿਤ ਵਿਸ਼ੇ ਦੇ ਵਿੱਚ ਪਹਾੜੇ ਸਿੱਖ ਜਾਂਦੇ ਹੋ, ਪਰ ਉਹ ਪਹਾੜੇ ਸਾਡੇ ਜ਼ਿੰਦਗੀ ਦੀਆਂ ਪਹਾੜ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣ ਦੇ ਲਈ ਕਾਫੀ ਨਹੀਂ ਹੁੰਦੇ, ਕਿਤੇ ਕੁਝ ਹੋਰ ਵੀ ਕਰਨਾ ਬਾਕੀ ਰਹਿ ਜਾਂਦਾ। ਅਸੀਂ ਗਣਿਤ ਦੇ ਵਿੱਚ ਅਲਜਬਰਾ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਹੁੰਦਾ ਮੰਨ ਲਓ x ਇਹ ਆ, ਮੰਨ ਲਓ y ਇਹ ਆ, ਜਾਂ ਹੋਰ ਵੀ ਬੜੀ ਜਗ੍ਹਾ ਤੇ ਅਸੀਂ ਮੂਲਧਨ ਮੰਨ ਲਓ 100 ਆ, ਇਹ ਚੀਜ਼ਾਂ ਨੂੰ ਅਸੀਂ ਮੰਨ ਲੈਂਦੇ ਹਾਂ। ਪਰ ਕੀ ਕਦੇ ਉਸ ਪੜ੍ਹਾਈ ਨੇ ਕਿਸੇ ਰੁੱਸੇ ਹੋਏ ਬੱਚੇ ਨੂੰ ਮਨਾਉਣਾ ਸਿਖਾਇਆ, ਉਸ ਨੂੰ ਇਹ ਮੰਨ ਲੈਣਾ ਸਿਖਾਇਆ?
कि दूसरा भी अपनी जगह सही हो सकदा। सो हुण असीं ये गल भी करनी आ कि जदों गुस्सा आवे, जदों रुस्से होईए तां किवें मन सकदे आ, किवें कोई सही गल नूं मन लेना, पल्ले बन लेना। समाजिक सिੱਖਿਆ ਦੇ ਵਿੱਚ किन्ने ही राजे राणियां दियां हकूमतां, सल्तनतां नूं पढ़ चुके आ, पर कदे ये भी तो सोचो बच्चों, तुहाडा मन भी एक सल्तनत है ते इस दे सुल्तान तुसी आप हो। इसलिए अपने मन वल भी ध्यान देने की ज़रूरत है। गुरमत दे विच असीं पढ़दे हां, कबीर साहिब दा फरमान है, बंदे खोज दिल हर रोज़। सो अपने मन की खोज करनी भी बहुत ज़रूरी है। देशां, धरतियां, अणुआं, परमाणुआं दे नाल नाल अपने मन नूं हर रोज़ थोड़ा जिहा ठकोर के पुछना बनदा कि असीं अपने मन नूं हराउण लई दुनिया च नहीं आए। जिवें गुरु नानक देव जी ने भी कहा सी, मन जीतै जग जीत। असीं मन नूं हराउणा नहीं है बच्चों, तो फिर की करना तुसीं दसो। हाँ, असीं अपने मन नूं जितना है। अगली गल ये कि असीं ਸਾਹਿਤ भी पढ़ते हाँ, तुहानूं शायद ये लगे कि असीं चंगे इंसान बनने दे लई, चंगे गुण सीखण लई बड़ियां वधिया वधिया कहानियां अंग्रेजी, हिंदी, पंजाबी ये पढ़ते रहने आ, पर इस विषय का फर्क आ। उन्हां कहानियां, नाटकां, एकांगी वगैरह दे विच तुसीं जो पात्रां नूं पढ़दे हो उन्हां दा पात्र चित्रण कर लैंदे हो, पर यह अजिहा विशा जिहदे विच तुसीं अपना पात्र चित्रण आप करना। हुण तुसीं अपने आप नूं चितरना है कि मैं किहो जिहा पात्र हाँ, अपने आप बारे सोचना। और ये उर्दू शायरी दे विच कहा जाता है कि हमेशा रहता है दूसरों की तलाश में आदमी, डरता है कहीं खुद से ना मुलाकात हो जाए। इस वास्ते ज़रूरी है गीत तावस दे करां दी होंद ने, गाण दे पंखे रूआं नूं गाण दे। गीत तावस दे करां दी होंद ने, गाण दे पंखे रूआं नूं गाण दे। दिल तां वसदे ने बुलाउंदे ने अजे, लोग ही रस्ता ना करदा जान दे। दिल तां वसदे ने बुलाउंदे ने अजे, लोग ही रस्ता ना करदा जान दे। हाँ, लोग ही रस्ता ना करदा जान दे, लोग ही रस्ता ना करदा जान दे। होर तां होर मैं एक सवाल तुहानूं होर पुछदी हाँ कि तुसीं बच्चिओ आदर सत्कार पहलां भी करदे हो, तुसीं सिੱਖਿਆ होया। ये नहीं कि असीं अज ही नैतिक सिੱਖਿਆ देण लगे हाँ, बल्कि नैतिक सिੱਖਿਆ तुहाडे मापिਆਂ ने भी सिखाई है। ते ज्यों-ज्यों तुसीं इन्हां किताबां नूं पढ़ोगे तुहानूं पता लगेगा कि तुहाडे अध्यापक, तुहाडे पहले अध्यापक तो तुहाडे मापे है, तुहाडी माँ, तुहाडा पिता, तुहाडे दादा दादी, नाना नानी, वड्डे भैण भरा, ये सब साडे अध्यापक ने जिन्हां तों असीं सिੱਖਿਆ, जिंदगी तो असीं सिੱਖਿਆ। ते उन्हां ने सानूं बड़ा कुछ सिखाया, सत्कार करना सिखाया। तुसीं सिੱਖੇ होए हो, करदे हो रिस्पैक्ट, असीं वेखदे हां, पर एक अजिहा इंसान है अक्सर तुसीं उस दा सत्कार नहीं करदे। वो इंसान कौन है? ज़रा ये सोच के जवाब दिओ। बहुत सारे बच्चे हैं जिहड़े उस इंसान दा सत्कार नहीं करते। जी, वो इंसान हो तुसी आप। अगर तुसी अपने आप दा सत्कार नहीं करदे तां तुसी सही अर्थां दे विच सारियां दा सत्कार नहीं कर सकदे। सो ज़रूरत है अपने लिए भी सत्कार इस तरह रखिए जिहड़ा कि हंकार ना बन जावे, बल्कि सत्कार होवे, रिस्पैक्ट होवे कि असी गलत काम नहीं करना, सानू लगे कि मैं गलत काम करन वाला बच्चा नहीं हाँ। इस तरह का सत्कार साडे विच होना चाहिए। और अजिहे लोग समाज दे विच भी बड़ी ईमानदारी नाल विचरदे आ, क्योंकि इस किताब की लोड़ ये भी सी कि असी अखबारां दे विच की कुछ पढ़ते हाँ, असी आले दुआले किन्ना कुछ देखते हाँ, लुट्टां चोरियां बड़ा कुछ हुंदा है, बेइंसाफी हुंदी है और दुनिया दे विच बड़ियां समस्यावां ने। सो लोड़ है मनुख नूं चंगा मनुख बनाए जाण दी, सही अर्थां च मनुख बनाए जाण दी।
ਇਸ ਕਿਤਾਬ ਨੂੰ ਪੜ੍ਹ ਕੇ ਸਾਡੇ ਵਿੱਚ ਇਮਾਨਦਾਰੀ ਦੀ ਭਾਵਨਾ ਵੀ ਆਏਗੀ, ਹਿੰਮਤ ਵੀ ਆਏਗੀ, ਦਲੇਰੀ ਵੀ ਆਏਗੀ, ਸੱਚਾਈ ਵੀ ਆਏਗੀ, ਬਹੁਤ ਸਾਰੇ ਗੁਣ ਸਾਡੇ ਵਿੱਚ ਆ ਜਾਣਗੇ। ਤੇ ਨਾਲ ਹੀ ਅਸੀਂ ਸੱਚ ਨੂੰ ਸੱਚ ਤੇ ਗਲਤ ਨੂੰ ਗਲਤ, ਠੀਕ ਨੂੰ ਠੀਕ, ਝੂਠ ਨੂੰ ਝੂਠ ਸਭ ਕਹਿਣ ਦੀ ਹਿੰਮਤ ਜੁਰਤ ਵੀ ਜੁਟਾ ਸਕਾਂਗੇ। ਕਿਸੇ ਤੇ ਕਿਵੇਂ ਭਰੋਸਾ ਕਰਨਾ, ਕਿੰਨਾ ਭਰੋਸੇਯੋਗ ਬਣਨਾ, ਇਹ ਵੀ ਬੜਾ ਜ਼ਰੂਰੀ ਹੈ। ਤੁਸੀਂ ਇੱਕ ਪੰਜਾਬੀ ਦਾ ਸ਼ੇਅਰ ਸੁਣਿਆ ਹੋਣਾ, ਭਰੋਸਾ ਨਾ ਕਰ ਚੱਲਿਆ ਇਸ ਜਹਾਨ ਦਾ, ਕੱਲ ਜਿੰਦਰਾ ਟੁੱਟਿਆ ਵੇਖਿਆ ਮੈਂ ਜਿੰਦਿਆਂ ਦੀ ਦੁਕਾਨ ਦਾ। ਸੋ ਜਿੱਥੇ ਜਿੰਦਿਆਂ ਦੀ ਦੁਕਾਨ ਦੇ ਵੀ ਜਿੰਦੇ ਟੁੱਟ ਜਾਂਦੇ ਨੇ, ਉਸ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਅਸੀਂ ਇਮਾਨਦਾਰੀ ਕਿਵੇਂ ਲਿਆ ਸਕਦੇ ਹਾਂ, ਭ੍ਰਿਸ਼ਟਾਚਾਰ ਕਿਵੇਂ ਰੋਕ ਸਕਦੇ ਹਾਂ, ਇਹ ਸਾਰੇ ਗੁਣ ਸਾਡੇ ਵਿੱਚ ਮੌਜੂਦ ਹੋਣੇ ਚਾਹੀਦੇ ਨੇ, ਤਾਂ ਕਰਕੇ ਅਸੀਂ ਸਮਾਜ ਦੀ ਨਕਸ਼ ਨੁਹਾਰ ਬਦਲ ਸਕਦੇ ਹਾਂ। ਦਹਿਕਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ। ਹਨੇਰੀਆਂ ਨੂੰ ਜੋ ਭੁਲੇਖਾ ਹੈ ਹਨੇਰੇ ਪਾਉਣ ਦਾ, ਹਨੇਰੀਆਂ ਨੂੰ ਜੋ ਭੁਲੇਖਾ ਹੈ ਹਨੇਰੇ ਪਾਉਣ ਦਾ, ਨੇਰੀਆਂ ਨੂੰ ਰੋਕ ਵੀ ਪਾਉਂਦੇ ਰਹੇ ਨੇ ਲੋਕ। ਜ਼ਿੰਦਗੀ ਦਾ ਜਦ ਕਦੇ ਅਪਮਾਨ ਕੀਤਾ ਹੈ ਕਿਸੇ, ਮੌਤ ਬਣ ਕੇ ਮੌਤ ਵੀ ਆਉਂਦੇ ਰਹੇ ਨੇ ਲੋਕ। ਮੀਡੀਆ ਦੇ ਉੱਪਰ ਅਸੀਂ ਕਿਸ ਤਰ੍ਹਾਂ ਨਾਲ ਉਹ ਤੋਂ ਸਿੱਖਿਆ ਲੈਣੀ ਆ ਤੇ ਆਪ ਉੱਥੇ ਚੰਗੇ ਰੋਲ ਦੇ ਵਿੱਚ ਵਿਚਰਨਾ, ਇਹ ਵੀ ਬੜਾ ਜ਼ਰੂਰੀ ਹੈ। ਸੋਸ਼ਲ ਮੀਡੀਆ ਸਾਡੇ ਬੜੀ ਤਰ੍ਹਾਂ ਦੇ ਅਸੀਂ ਮੀਡੀਆ ਦੇ ਨਾਲ ਜੁੜੇ ਹੋਏ ਹਾਂ, ਟੀਵੀ ਆ, ਰੇਡੀਓ ਆ, ਫੋਨ ਹੈਗਾ, ਉਹਦੇ ਰਾਹੀਂ ਤੁਸੀਂ YouTube, ਟਵਿੱਟਰ, WhatsApp, ਮੇਲ, ਕਈ ਤਰ੍ਹਾਂ ਨਾਲ ਤੁਸੀਂ ਜੁੜੇ ਹੋਏ ਹੋ, ਕੋਈ ਇੰਸਟਾਗ੍ਰਾਮ ਤੇ, ਕੋਈ ਕਿਸ ਤਰ੍ਹਾਂ ਤੇ। ਸੋ ਤੁਸੀਂ ਇਹਨਾਂ ਸੋਸ਼ਲ ਜਿਹੜੀਆਂ ਸਾਈਟਸ ਨੇ, ਤੁਸੀਂ ਜਿਹੜੇ ਸੋਸ਼ਲ ਲਿੰਕਸ ਨੇ ਉਹ ਬਣਾਏ ਹੋਏ ਨੇ, ਪਰ ਫੇਸਬੁੱਕ ਨੂੰ ਕਿਸ ਤਰ੍ਹਾਂ ਸਹੀ ਵਰਤਣਾ, YouTube ਦਾ ਸਹੀ ਇਸਤੇਮਾਲ ਕਿਵੇਂ ਕਰਨਾ, ਅਸੀਂ ਕਿਵੇਂ ਸਮਾਰਟ ਵਰਕ ਕਰਨਾ, ਆਪਣੇ ਕਰੀਅਰ ਦੇ ਲਈ, ਆਪਣੀ ਭਵਿੱਖ ਦੇ ਲਈ ਕਿਵੇਂ ਚੁਣੌਤੀਆਂ ਨਾਲ ਨਜਿੱਠਣ ਲਈ ਅਸੀਂ ਜਾਣਕਾਰੀ ਲੈਣੀ ਆ ਇਸ ਆਪਣੇ ਸੋਸ਼ਲ ਮੀਡੀਆ ਜ਼ਰੀਏ, ਫੋਨ ਦੇ ਜ਼ਰੀਏ, ਮੋਬਾਈਲ ਦੇ ਜ਼ਰੀਏ, ਲੈਪਟਾਪ ਦੇ ਜ਼ਰੀਏ। ਬੁਰਾਈਆਂ ਤੋਂ ਕਿਵੇਂ ਬਚਣਾ, ਤਿਲਕਣਬਾਜ਼ੀ ਤੋਂ ਕਿਵੇਂ ਬਚਣਾ, ਇਹ ਸਾਰਾ ਕੁਝ ਇਹ ਵੀ ਦੱਸਿਆ ਗਿਆ ਇਸ ਕਿਤਾਬ ਦੇ ਜ਼ਰੀਏ। ਕਿਉਂਕਿ ਤੁਸੀਂ ਇਹ ਅਧਿਆਪਕ ਸਾਹਿਬਾਨ ਨੇ ਵੀ ਨੋਟ ਕੀਤਾ ਹੋਣਾ ਤੇ ਬੱਚਿਆਂ ਦੇ ਵਿੱਚ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਮੋਬਾਈਲ ਨੇ ਸਾਡੀ ਜ਼ਿੰਦਗੀ ਨੂੰ ਗਤੀ ਤਾਂ ਦਿੱਤੀ ਆ, ਪਰ ਪ੍ਰਗਤੀ ਨਹੀਂ ਦਿੱਤੀ। ਅਸੀਂ ਤਰੱਕੀ ਉਨੀ ਨਹੀਂ ਕੀਤੀ, ਅਸੀਂ ਤੇਜ਼ ਜ਼ਰੂਰ ਬਹੁਤ ਹੋ ਗਏ ਹਾਂ। ਸੋ ਹੁਣ ਉਸ ਤੇਜ਼ੀ ਨੂੰ ਅਸੀਂ ਤਰੱਕੀ ਦੇ ਰੂਪ ਦੇ ਵਿੱਚ ਵੀ ਲੈ ਕੇ ਆਉਣਾ। ਇਹ ਛੋਟੀਆਂ-ਛੋਟੀਆਂ ਗੱਲਾਂ ਨੇ, ਪਰ ਛੋਟੀਆਂ-ਛੋਟੀਆਂ ਗੱਲਾਂ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਨੇ। ਤੁਸੀਂ ਖੁਦ ਮਹਿਸੂਸ ਕਰਕੇ ਵੇਖੋ। ਇੱਕ ਗੱਲ ਮੈਂ ਤੁਹਾਨੂੰ ਕਹਿੰਦੀ ਹਾਂ, ਜ਼ਰਾ ਸੋਚਿਓ ਜ਼ਰੂਰ ਇਸ ਬਾਰੇ ਕਿ ਅਸੀਂ ਪਹਾੜ ਦੇ ਉੱਪਰ ਤਾਂ ਖੜ ਸਕਦੇ ਹਾਂ, ਪਰ ਕੀ ਅਸੀਂ ਇੱਕ ਸੂਈ ਦੇ ਸਿਰੇ ਤੇ ਖੜ ਸਕਦੇ ਹਾਂ? ਹਾਲਾਂਕਿ ਪਹਾੜ ਕਿੰਨਾ ਵੱਡਾ ਹੁੰਦਾ ਤੇ ਸੂਈ ਕਿੰਨੀ ਛੋਟੀ ਹੁੰਦੀ ਹੈ। ਇਸ ਲਈ ਛੋਟੀਆਂ ਗੱਲਾਂ ਨੂੰ ਵੀ ਅਣਗੌਲੇ ਨਹੀਂ ਕਰਨਾ, ਜੋ ਵੀ ਛੋਟੀਆਂ-ਛੋਟੀਆਂ ਗੱਲਾਂ ਸਾਨੂੰ ਸਿਖਾਈਆਂ ਜਾਂਦੀਆਂ ਨੇ। ਇਸੇ ਤਰ੍ਹਾਂ ਸਮਾਜ ਦੇ ਵਿੱਚ, ਘਰ ਪਰਿਵਾਰ 'ਚ ਅਸੀਂ ਦੇਖਦੇ ਹਾਂ ਸਾਡੇ ਘਰਾਂ 'ਚ ਉਨਾ ਤਵਾਜ਼ੁਨ ਨਹੀਂ ਹੈਗਾ, ਬੈਲੈਂਸ ਨਹੀਂ ਹੈਗਾ। ਔਰਤ ਦੀ ਕਿਤੇ ਨਾ ਕਿਤੇ ਦੁਰਦਸ਼ਾ ਹੁੰਦੀ ਹੈ ਨਾ, ਪਰ ਅਸੀਂ ਉਹ ਚੀਜ਼ ਨੂੰ ਦੇਖਣਾ ਕਿ ਕੁੜੀਆਂ ਪ੍ਰਤੀ, ਔਰਤਾਂ ਪ੍ਰਤੀ ਅਸੀਂ ਕਿਵੇਂ ਚੰਗੇ ਵਿਹਾਰ ਨੂੰ ਬਣਾਈ ਰੱਖਣਾ। ਉਸ ਦੇ ਲਈ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਨੀ ਆ, ਬੜੀ ਦਿਲਚਸਪ ਉਦਾਹਰਨ ਹੈ ਬੱਚਿਓ। ਸਪੇਨ ਦੇਸ਼ ਦਾ ਤੁਸੀਂ ਨਾਂ ਸੁਣਿਆ ਹੋਵੇਗਾ। ਸਪੇਨ ਦੇ ਵਿੱਚ ਜਿਹੜੀਆਂ ਪਤਨੀਆਂ ਸੀਗੀਆਂ, ਉਹਨਾਂ ਨੂੰ ਘਰਾਂ ਵਿੱਚ ਬੜੇ ਕੰਮ ਕਰਨੇ ਪੈਂਦੇ ਸੀ, ਕੱਪੜੇ ਧੋਣੇ ਪੈਂਦੇ ਸੀ, ਹਰ ਵਾਰੀ ਉਹਨਾਂ ਨੂੰ ਹੀ ਕੱਪੜਿਆਂ ਵਾਲੀ ਮਸ਼ੀਨ ਵਰਤਣੀ ਪੈਂਦੀ ਸੀ। ਤਾਂ ਸਪੇਨ ਦੇਸ਼ ਦੇ ਵਿੱਚ ਇੰਜੀਨੀਅਰਸ ਨੇ ਇੱਕ ਅਜਿਹੀ ਮਸ਼ੀਨ ਤਿਆਰ ਕੀਤੀ ਜਿਹੜੀ ਕੱਪੜੇ ਤਾਂ ਧੋਂਦੀ ਸੀ, ਪਰ ਹਰ ਵਾਰੀ ਉਸ ਨੂੰ ਇੱਕੋ ਹੀ ਬੰਦਾ ਨਹੀਂ ਸੀ ਚਲਾ ਸਕਦਾ, ਇੱਕੋ ਹੀ ਇਨਸਾਨ ਦੇ ਹੱਥਾਂ ਨਾਲ ਨਹੀਂ ਸੀ ਚੱਲਦੀ। ਸੋ ਉਸ ਦਾ ਨਾਂ ਰੱਖਿਆ ਗਿਆ ਸੀ ਯੂਅਰ ਟਰਨ,
ਕਿ ਹੁਣ ਤੁਹਾਡੀ ਵਾਰੀ ਹੈ। ਜੇ ਅੱਜ ਪਤਨੀ ਨੇ ਕੱਪੜੇ ਧੋਤੇ ਆ ਤਾਂ ਕੱਲ੍ਹ ਨੂੰ ਪਤੀ ਨੂੰ ਹੱਥ ਲਾ ਕੇ ਹੀ ਕੱਪੜੇ ਧੋਣੇ ਪੈਣਗੇ, ਤਾਂ ਉਹ ਮਸ਼ੀਨ ਨੇ ਚੱਲਣਾ। ਇੱਕੋ ਹੀ ਹੱਥ ਨਾਲ, ਇੱਕੋ ਹੀ ਇਨਸਾਨ ਦੇ ਹੱਥਾਂ ਨਾਲ ਉਹ ਨਹੀਂ ਸੀ ਚੱਲਦੀ। ਤਾਂ ਕੀ ਅਜਿਹੀਆਂ ਮਸ਼ੀਨਾਂ ਦੇ ਨਾਲ ਅਸੀਂ ਆਪਣੇ ਪਰਿਵਾਰਾਂ ਨੂੰ, ਆਪਣੇ ਸਮਾਜ ਨੂੰ ਸਮਝਾਵਾਂਗੇ? ਕਿਉਂ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਹੁਣੇ ਤੋਂ ਹੀ ਇਸ ਲਈ ਕਰਾਂਗੇ ਕਿ ਆਪਣੇ ਹਿੱਸੇ ਦੇ ਕੰਮ ਅਸੀਂ ਆਪ ਕਰਨੇ ਆ, ਆਪਣੇ ਕੱਪੜੇ ਆਪ ਧੋਣੇ ਆ, ਆਪ ਤਿਆਰ ਹੋਣਾ, ਸਫਾਈ ਕਰਨੀ ਆ। ਸੋ ਇਹ ਸਾਰੀਆਂ ਗੱਲਾਂ ਹੁਣੇ ਤੋਂ ਹੀ ਸਾਨੂੰ ਸਿੱਖਣੀਆਂ ਪੈਣਗੀਆਂ। ਔਰਤਾਂ ਦਾ ਸਤਿਕਾਰ ਕਿਵੇਂ ਕਰਨਾ, ਕੁੜੀਆਂ ਦੇ ਨਾਲ ਮੁੰਡਿਆਂ ਨੇ ਕਿਸ ਤਰ੍ਹਾਂ ਵਿਚਰਨਾ ਤੇ ਕੁੜੀਆਂ ਨੇ ਮੁੰਡਿਆਂ ਨਾਲ ਕਿਸ ਤਰ੍ਹਾਂ ਵਿਚਰਨਾ, ਕਿਸ ਤਰ੍ਹਾਂ ਨਾਲ ਅਸੀਂ ਆਪਣਾ ਇਖਲਾਕ, ਚਰਿੱਤਰ ਕਾਇਮ ਰੱਖਦੇ ਹੋਏ ਵਧੀਆ ਇਨਸਾਨ ਬਣ ਕੇ ਦਿਖਾਉਣਾ, ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੈ। ਇੱਕ ਜ਼ਰੂਰਤ ਸਾਨੂੰ ਇਹ ਵੀ ਲੱਗੀ ਸੀ ਕਿ ਜਦੋਂ ਅਸੀਂ ਵੇਖਦੇ ਹਾਂ ਬਾਕੀ ਜੀਵ ਜਗਤ ਦੇ ਵਿੱਚ, ਬੱਚਿਓ ਮੇਰਾ ਇੱਕ ਸਵਾਲ ਵੀ ਇੱਥੋਂ ਹੀ ਨਿਕਲਦਾ ਤੁਹਾਨੂੰ, ਕਿ ਜਿਹੜਾ ਸਾਡੇ ਵਿੱਚ ਰਿਸ਼ਤਾ ਹੈ, ਬਹੁਤ ਸਾਰੇ ਰਿਸ਼ਤੇ ਨੇ ਜਿਹੜੇ ਬਾਕੀ ਜਾਨਵਰਾਂ ਜੀਵਾਂ ਦੇ ਵਿੱਚ ਵੀ ਹੈਗੇ ਆ, ਪਰ ਉਹ ਕਿਹੜਾ ਰਿਸ਼ਤਾ ਜਿਹੜਾ ਸਿਰਫ ਤੇ ਸਿਰਫ ਇਨਸਾਨ ਦੇ ਵਿੱਚ ਹੀ ਹੁੰਦਾ ਹੈ, ਜਿਹਨੂੰ ਸਿਰਫ ਇਨਸਾਨ ਹੀ ਨਿਭਾ ਸਕਦਾ, ਤੇ ਬੰਦੇ ਦਾ ਮੁੱਖ ਲੱਛਣ ਵੀ, ਉਹਦੀ ਪਛਾਣ ਵੀ ਇਹੋ ਹੀ ਹੈ ਜੀ। ਜਾਨਵਰਾਂ ਦੇ ਵਿੱਚ ਵੀ ਮਾਂ ਹੁੰਦੀ ਹੈ, ਬਾਪ ਹੁੰਦਾ, ਤਾਂ ਪਰ ਉਹ ਉਸ ਰਿਸ਼ਤੇ ਦੀ ਉਹਨਾਂ ਨੂੰ ਹੁੰਦੀ ਹੈ ਪਛਾਣ, ਪਤਾ ਹੁੰਦਾ, ਕਾਫੀ ਸਮਾਂ ਉਹ ਯਾਦ ਰੱਖ ਲੈਂਦੇ ਨੇ। ਪਰ ਇੱਕ ਸਾਡਾ ਮੁੱਖ ਤੌਰ 'ਤੇ ਰਿਸ਼ਤਾ ਹੈ ਭੈਣ ਭਰਾ ਦਾ ਰਿਸ਼ਤਾ, ਜਿਹੜਾ ਸਿਰਫ ਇਨਸਾਨ ਜਗਤ 'ਚ ਹੀ ਪਛਾਣਿਆ ਜਾਂਦਾ ਹੈ, ਜਾਨਵਰਾਂ ਨੂੰ ਇਸ ਦੀ ਪਛਾਣ ਨਹੀਂ ਹੁੰਦੀ। ਸੋ ਅਸੀਂ ਆਪਣੇ ਚਰਿੱਤਰ ਨੂੰ, ਆਪਣੀਆਂ ਭਾਰਤੀ ਸਾਡੀਆਂ ਸੱਭਿਆਚਾਰਕ ਵਿਰਾਸਤੀ ਕਦਰਾਂ ਕੀਮਤਾਂ, ਪੰਜਾਬ ਦੇ ਸੱਚ ਤੇ ਸੁੱਚ ਦੇ ਸੱਭਿਆਚਾਰ ਦੇ ਜ਼ਰੀਏ ਅਸੀਂ ਇੰਨਾ ਕੁ ਬੁਲੰਦ ਰੱਖਣਾ ਹੈ ਆਪਣੇ ਚਰਿੱਤਰ ਨੂੰ ਕਿ ਅਸੀਂ ਇਸ ਰਿਸ਼ਤੇ ਦਾ ਮਹੱਤਵ ਸਮਝੀਏ, ਸਮਾਜ ਦੇ ਵਿੱਚ ਆਪਣਾ ਇਖਲਾਕ ਉੱਚਾ ਬਣਾਈ ਰੱਖੀਏ। ਔਰ ਇਹਦੇ ਕਰਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ, ਜਿਵੇਂ ਏਡਸ ਤੋਂ, ਹੈਪੇਟਾਈਟਸ ਤੋਂ ਤੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਨੇ, ਉਹਨਾਂ ਤੋਂ ਕਾਫੀ ਹੱਦ ਤੱਕ ਬਚ ਸਕਦੇ ਹਾਂ। ਫਿਰ ਇਹ ਵੀ ਹੈ ਕਿ ਬੱਚਿਓ, ਸਾਨੂੰ ਲੱਗ ਰਿਹਾ ਸੀ ਕਿ ਵਿਸ਼ਾ ਤਾਂ ਵੀ ਸ਼ੁਰੂ ਕੀਤਾ ਜਾਏ ਕਿ ਅਕਸਰ ਲੜਾਈ ਝਗੜੇ, ਹਿੰਸਾ ਵੀ ਸਾਡੇ ਸਮਾਜ ਵਿੱਚ ਬਹੁਤ ਜ਼ਿਆਦਾ, ਛੋਟੀ ਛੋਟੀ ਗੱਲ ਤੇ ਲੜ ਪੈਣਾ, ਕਤਲ ਕਰ ਦੇਣੇ, ਇਹ ਗੱਲਾਂ ਵੀ ਆ। ਇਹਨਾਂ ਤੋਂ ਵੀ ਸਮਾਜ ਨੂੰ ਬਚਾਉਣ ਦੀ ਜ਼ਰੂਰਤ ਹੈ ਤੇ ਸਾਨੂੰ ਵੀ ਸੋਚਣਾ ਚਾਹੀਦਾ, ਐਟਲੀਸਟ ਵੀ ਆਰ ਨਾਟ ਕੈਮੀਕਲਸ, ਵੀ ਸ਼ੁਡ ਥਿੰਕ ਬਿਫੋਰ ਰਿਐਕਟਿੰਗ। ਠੀਕ ਹੈ, ਜਿਵੇਂ ਕਿ ਜਿਹੜੇ ਰਸਾਇਣ ਹੈਗੇ ਆ, ਅਸੀਂ ਪ੍ਰਯੋਗਸ਼ਾਲਾ 'ਚ ਉਹਨਾਂ ਨੂੰ ਵਰਤਦੇ ਹਾਂ ਤਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ, ਸਮਝ ਨਹੀਂ ਹੁੰਦੀ। ਤੁਸੀਂ ਕੋਈ ਉਹਨਾਂ ਦੀ ਪ੍ਰਤੀਕਿਰਿਆ ਆਪਸ 'ਚ ਕਰਾਉਂਦੇ ਹੋ ਤਾਂ ਉਹ ਜਲਦੀ ਅੱਗ ਲੱਗ ਸਕਦੀ ਹੈ, ਪਰ ਇਨਸਾਨ ਆ, ਇਨਸਾਨ ਦਾ ਰਿਐਕਸ਼ਨ, ਉਹਦੀ ਪ੍ਰਤੀਕਿਰਿਆ, ਉਹਨੇ ਕੋਈ ਚੀਜ਼ ਨੂੰ ਵੇਖਿਆ, ਫਿਰ ਕਿਵੇਂ ਉਹਦੇ 'ਤੇ ਉਹਨੇ ਐਕਟ ਕਰਨਾ, ਕੰਮ ਕਰਨਾ, ਸੋਚ ਸਮਝ ਕੇ ਕਰਨਾ ਚਾਹੀਦਾ, ਵਾਰ-ਵਾਰ ਸੋਚ ਕੇ ਕਰਨਾ ਚਾਹੀਦਾ। ਔਰ ਤੁਸੀਂ ਜਦੋਂ ਨਵਾਂ ਵਿਸ਼ਾ ਸਿੱਖੋਗੇ, ਮੈਨੂੰ ਇਹ ਵੀ ਯਕੀਨ ਆ ਕਿ ਜਿਵੇਂ ਸਾਨੂੰ ਬੜਾ ਫਾਇਦਾ ਹੋਇਆ, ਉਸ ਤਰ੍ਹਾਂ ਨਾਲ ਤੁਹਾਨੂੰ ਵੀ ਬੜਾ ਫਾਇਦਾ ਹੋਏਗਾ। ਯਕੀਨ ਮੰਨਿਓ, ਇਹ ਕਿਤਾਬਾਂ ਤਿਆਰ ਕਰਦਿਆਂ ਸਾਡੀ ਜਾਣਕਾਰੀ 'ਚ ਬਹੁਤ ਵਾਧਾ ਹੋਇਆ, ਅਸੀਂ ਨਵਾਂ ਬਹੁਤ ਕੁਝ ਸਿੱਖਿਆ, ਇੱਕ ਦੂਸਰੇ ਨਾਲ ਰਲ ਕੇ ਟੀਮ ਦੇ ਵਜੋਂ ਕੰਮ ਕਰਨਾ ਸਿੱਖਿਆ, ਤੇ ਤੁਹਾਨੂੰ ਵੀ ਇਸ ਤੋਂ ਬਹੁਤ ਲਾਭ ਹੋਣ ਵਾਲਾ ਹੈ, ਇਹ ਮੇਰਾ ਯਕੀਨ ਆ। ਆਪਣੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਣ ਦੀ ਲਈ ਇਹ ਸਭ ਕਰਨਾ, ਕਿਉਂਕਿ ਅਸੀਂ ਇੰਨੇ ਕੁ ਆਪਣੇ ਆਪ ਤੱਕ ਸੀਮਤ ਹੁੰਦੇ ਜਾ ਰਹੇ ਹਾਂ, ਬਹੁਤ ਪੜ੍ਹ ਲਿਖ ਗਏ, ਅਫਸਰ ਬਣ ਗਏ, ਪਰ ਕਿਤੇ ਨਾ ਕਿਤੇ ਅਸੀਂ ਸੀਮਤ ਹੁੰਦੇ ਜਾ ਰਹੇ ਹਾਂ। ਸੋ ਲੋੜ ਹੈ ਕਿ ਆਪਾਂ ਇੱਕ ਦੂਸਰੇ ਦੇ ਦੁੱਖ ਦਰਦ ਦੇ ਵਿੱਚ ਭਾਈਵਾਲ ਬਣੀਏ, ਸਾਂਝੀਵਾਲ ਬਣੀਏ, ਕਿਉਂਕਿ ਅਸਲੀ ਇਨਸਾਨ ਉਹੀ ਹੈ ਜਿਹੜਾ ਰਹਿਮ ਰੱਖਦਾ ਕਿਸੇ ਲਈ। ਬਾਬਾ ਬਲਵੰਤ ਨੇ ਵੀ ਲਿਖਿਆ ਸੀ, ਰਹਿਮ ਬਿਨਾ ਕੀ ਪਿਆਰ ਕਿਸੇ ਦਾ, ਰਹਿਮ ਬਿਨਾ ਕੀ ਜੀਣਾ, ਰਹਿਮ ਬਿਨਾ ਬੇਕਾਰ ਹੈ ਸ਼ਾਇਰ ਤੇਰੀ ਜੀਵਨ ਵੀਣਾ। ਇਸ ਵਾਸਤੇ ਰਹਿਮਦਿਲੀ ਨਾਲ ਸਾਰੇ ਜੀਵ ਜਗਤ ਨੂੰ, ਪੰਛੀਆਂ ਨੂੰ, ਜਾਨਵਰਾਂ ਨੂੰ, ਪਸ਼ੂਆਂ ਨੂੰ, ਸਭ ਨੂੰ ਪਿਆਰ ਕਰਨਾ ਚਾਹੀਦਾ, ਤਾਂ ਕਿ ਜਿਹੜੀ ਇੱਕ ਹਥਣੀ ਵਾਲੀ ਜਿਹੜੀ ਬਹੁਤ ਦੁਖਦਾਈ ਵਾਰਦਾਤ ਅਸੀਂ ਦੱਖਣੀ ਭਾਰਤ ਦੇ ਵਿੱਚ ਵੇਖੀ, ਖਬਰਾਂ ਦੇ ਵਿੱਚ ਵੀ ਪੜ੍ਹੀ ਹੈ, ਉਸ ਤਰ੍ਹਾਂ ਦੇ ਦੁਖਦਾਈ ਵਰਤਾਰੇ ਨਾ ਹੋਣ, ਇਨਸਾਨੀਅਤ ਨੂੰ ਸ਼ਰਮਸਾਰ ਹੋਣ ਦੀ ਜ਼ਰੂਰਤ ਨਾ ਪਵੇ। ਸੋ ਅਸੀਂ ਆਪਣਾ ਹੀ ਨਹੀਂ, ਆਪਣੇ ਆਲੇ ਦੁਆਲੇ ਦਾ ਖਿਆਲ ਰੱਖਣਾ। ਤੇ ਇਹ ਵਿਸ਼ਾ ਅਸਲ ਦੇ ਵਿੱਚ ਉਦੋਂ ਹੀ ਕਾਮਯਾਬ ਹੋਵੇਗਾ ਜਦੋਂ ਬੱਚਿਓ ਤੁਸੀਂ
ਤੁਸੀਂ ਲੋਕਾਂ ਨੂੰ ਨਜ਼ਰ ਆਓਗੇ, ਤੁਸੀਂ ਲੋਕਾਂ ਨੂੰ ਦਿਖੋਗੇ ਇੱਕ ਵਧੀਆ ਇਨਸਾਨ ਦੇ ਰੂਪ ਵਿੱਚ, ਚੰਗੇ ਸਮਾਜ ਦੀ ਸਿਰਜਣਾ ਕਰਦੇ ਹੋਏ। ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇੱਥੇ ਫਿਗਰ ਦਿਖਾਉਣੀ ਆ, ਤੁਸੀਂ ਉਹਨੂੰ ਦੇਖੋਗੇ ਤੇ ਤੁਸੀਂ ਸਮਝੋਗੇ ਉਹਦੇ ਵਿੱਚ ਕੀ ਦੱਸਿਆ ਗਿਆ। ਉਸ ਨੂੰ ਪੜ੍ਹਿਓ, ਉਸ ਨੂੰ ਵੇਖਿਓ। ਦੇਖੋ, ਦੋ ਵਿਅਕਤੀ ਆਪਸ ਦੇ ਵਿੱਚ ਗੱਲ ਕਰ ਰਹੇ ਹਨ। ਪਹਿਲਾ ਦੂਸਰੇ ਨੂੰ ਪੁੱਛਦਾ ਹੈ ਕਿ ਤੇਰਾ ਕੀ ਹਾਲ ਹੈ, ਤੇ ਉਹ ਬੰਦਾ ਜਵਾਬ ਦਿੰਦਾ ਹੈ ਬਈ ਤੈਨੂੰ ਕੀ, ਮੈਂ ਜਿਵੇਂ ਮਰਜ਼ੀ ਹੋਵਾਂ। ਸੋ ਫਿਰ ਪਹਿਲਾਂ ਵਾਲਾ ਬੰਦਾ ਫਿਰ ਸਵਾਲ ਪੁੱਛਦਾ ਹੈ ਕਿ ਚਲੋ ਇਹਨੇ ਆਪਣੇ ਬਾਰੇ ਤਾਂ ਕੁਝ ਨਹੀਂ ਦੱਸਿਆ, ਮੈਂ ਇਹਨੂੰ ਇਹੀ ਪੁੱਛ ਲੈਣਾ ਕਿ ਤੇਰੇ ਪਿਤਾ ਜੀ ਦਾ ਕੀ ਹਾਲ ਹੈ। ਤੇ ਬੰਦਾ ਫਿਰ ਜਵਾਬ ਦਿੰਦਾ ਮੈਨੂੰ ਕੀ। ਸੋ ਜਿਹੜਾ ਤੈਨੂੰ ਕੀ ਤੇ ਮੈਨੂੰ ਕੀ ਦਾ ਚੱਕਰ ਆ, ਅਸਲ ਦੇ ਵਿੱਚ ਇੱਥੇ ਹੀ ਬਹੁਤ ਸਾਰੇ ਦੁਖਦਾਈ ਵਰਤਾਰੇ ਲੁਕੇ ਹੋਏ ਨੇ। ਕਿਉਂਕਿ ਅਸੀਂ ਵੀ ਇਹ ਸੋਚ ਲੈਂਦੇ ਹਾਂ ਕਿ ਅਸੀਂ ਕਿਸੇ ਦੀ ਮਦਦ ਕਿਉਂ ਕਰੀਏ, ਅਸੀਂ ਕੀ ਲੈਣਾ। ਪਰ ਜ਼ਰੂਰ ਸੋਚੋ, ਅਸੀਂ ਜੇ ਲੈਣਾ ਤਾਂ ਕਿਸੇ ਦੀ ਮਦਦ ਕਰਕੇ ਬਹੁਤ ਕੁਝ ਮਿਲਦਾ। ਦੱਸੋ ਬੱਚਿਓ ਕੀ ਮਿਲਦਾ ਸਾਨੂੰ? ਸਭ ਤੋਂ ਜ਼ਿਆਦਾ ਸਕੂਨ ਮਿਲਦਾ, ਸ਼ਾਂਤੀ ਮਿਲਦੀ ਆ, ਸੰਤੁਸ਼ਟੀ ਮਿਲਦੀ ਆ, ਖੁਸ਼ੀ ਮਿਲਦੀ ਆ। ਤੇ ਖੁਸ਼ੀ ਇੱਕ ਅਜਿਹੀ ਚੀਜ਼ ਹੈ ਜਿਹੜੀ ਸਾਡੇ ਕੋਲ ਭਾਵੇਂ ਨਾ ਵੀ ਹੋਵੇ ਤਾਂ ਵੀ ਅਸੀਂ ਦੂਸਰੇ ਨੂੰ ਦੇ ਸਕਦੇ ਹਾਂ। ਪੈਸਾ ਤਾਂ ਜੇ ਸਾਡੇ ਕੋਲ ਹੋਏਗਾ ਅਸੀਂ ਤਾਂ ਹੀ ਕਿਸੇ ਨੂੰ ਦੇਵਾਂਗੇ, ਪਰ ਖੁਸ਼ੀ ਅਸੀਂ ਆਪਣੇ ਕੋਲ ਭਾਵੇਂ ਨਾ ਹੋਵੇ ਤਾਂ ਵੀ ਦੂਸਰੇ ਦੀ ਮਦਦ ਕਰਕੇ ਉਸ ਨੂੰ ਪਹੁੰਚਾ ਸਕਦੇ ਹਾਂ, ਤੇ ਉਹਦੇ ਨਾਲ ਸਾਨੂੰ ਵੀ ਖੁਸ਼ੀ ਮਿਲੇਗੀ, ਸਾਨੂੰ ਵੀ ਰਾਹਤ ਮਿਲੇਗੀ। ਹੋਰ ਤਾਂ ਹੋਰ ਜਿਹੜੇ ਸਾਡੇ ਵਿਚਾਰ ਹੈਗੇ ਆ, ਵਿਚਾਰ ਵਟਾਂਦਰਾ ਵੀ ਸਾਡਾ ਇਸੇ ਗੱਲ 'ਤੇ ਹੀ ਖੜਾ ਕਿ ਜੇ ਅਸੀਂ 1 ਰੁਪਇਆ ਕਿਸੇ ਨੂੰ ਦੇ ਦਈਏ, ਜਿੰਨਾ ਚਿਰ ਰੁਪਇਆ ਸਾਡੇ ਕੋਲ ਸੀ ਉਹ ਸਾਡੇ ਕੋਲ ਸੀ, ਜਦੋਂ ਕਿਸੇ ਨੂੰ ਦੇ ਦਿੱਤਾ ਤਾਂ ਉਹ ਕਿਸੇ ਦਾ ਹੋ ਗਿਆ। ਪਰ ਵਿਚਾਰ ਅਗਰ ਤੁਸੀਂ ਕਿਸੇ ਨਾਲ ਸਾਂਝਾ ਕਰਦੇ ਹੋ ਤਾਂ ਕੀ ਹੋਏਗਾ? ਜੋ ਵਿਚਾਰ ਤੁਹਾਡੇ ਕੋਲ ਸੀ ਉਹ ਤੁਹਾਡੇ ਕੋਲ ਤਾਂ ਰਹਿਣਾ ਹੀ ਆ, ਤੁਸੀਂ ਕਿਸੇ ਨੂੰ ਵੀ ਦੇ ਦਿੱਤਾ ਤੇ ਅੱਗੋਂ ਉਹ ਵਿਚਾਰ ਦੋਵਾਂ ਕੋਲ ਹੀ ਸਾਂਝਾ ਹੋ ਗਿਆ ਤੇ ਉਹਦੇ ਵਿੱਚੋਂ ਹੋਰ ਬਹੁਤ ਸਾਰੇ ਨਵੇਂ-ਨਵੇਂ ਵਿਚਾਰ ਨਿਕਲੇ। ਇਸੇ ਲਈ ਇਸ ਕਿਤਾਬ ਦੇ ਬਾਰੇ ਤੁਸੀਂ ਆਪਣੀ ਰਾਏ ਜ਼ਰੂਰ ਦੇਣੀ ਆ। ਜਿਉਂ-ਜਿਉਂ ਪੜ੍ਹਨਾ, ਇਹਦੇ ਆਧਾਰ 'ਤੇ ਤੁਸੀਂ ਕੰਮ ਕਰਨਾ, ਤਾਂ ਸਾਨੂੰ ਵੀ ਤੁਸੀਂ ਹੋਰ ਸੁਝਾਅ ਦਿੰਦੇ ਜਾਣਾ, ਤਾਂ ਕਿ ਨਵੇਂ ਬੱਚਿਓ ਕਿਤਾਬ ਦੇ ਵਿੱਚ ਬੜੀ ਤਾਕਤ ਹੁੰਦੀ ਹੈ। ਨਾ ਸਮਝ ਕਮਜ਼ੋਰ ਇਹਨਾਂ ਲਫ਼ਜ਼ਾਂ ਨੂੰ ਜਿਨ੍ਹਾਂ ਅੱਗੇ ਸ਼ਾਹ ਸਿਕੰਦਰ ਹਰ ਗਏ, ਜੋ ਨਾ ਕਰ ਸਕੀਆਂ ਤਲਵਾਰਾਂ ਰਚਨਾਵਾਂ ਦੇ ਅੱਖਰ ਕਰ ਗਏ। ਸੋ ਇਹ ਕਿਤਾਬ ਅਜਿਹਾ ਤੋਹਫਾ ਜਿਹਨੂੰ ਜਦੋਂ ਵੀ ਪੜ੍ਹਨਾ ਅਸੀਂ ਉਸ ਤੋਹਫੇ ਨੂੰ ਵਾਰ-ਵਾਰ ਖੋਲਾਂਗੇ, ਹੈ ਨਾ? ਬਿਲਕੁਲ ਨਵੀਂ ਗੱਲ। ਇਸ ਲਈ ਕਿਤਾਬਾਂ ਪੜ੍ਹਨ ਦੀ, ਕਿਤਾਬਾਂ ਨਾਲ ਜੁੜਨ ਦੀ, ਪੁਸਤਕ ਸੱਭਿਆਚਾਰ ਦੀ ਆਦਤ ਜ਼ਰੂਰ ਬਰ-ਜ਼ਰੂਰ ਪਾਉਣੀ ਚਾਹੀਦੀ ਹੈ। ਹੁਣ ਬੱਚੋ, ਇਸ ਕਿਤਾਬ ਦੇ ਵਿੱਚ ਤੁਹਾਡੇ ਸ਼ੌਕ, ਤੁਹਾਡੀਆਂ ਆਦਤਾਂ, ਤੁਹਾਡੀਆਂ ਖੁਸ਼ੀਆਂ ਨੂੰ ਹੋਰ ਵਧਾਉਣ ਲਈ, ਸਮਝਣ ਪਰਖਣ ਲਈ ਬਹੁਤ ਕੁਝ ਹੈ। ਇਹ ਤੁਹਾਨੂੰ ਇੰਨਾ ਕੁ ਤੁਹਾਡੇ ਨਾਲ ਵੀ ਜੋੜ ਦੇਣਗੀਆਂ ਕਿ ਤੁਹਾਨੂੰ ਆਪਣਾ ਆਪ ਵੀ ਚੰਗਾ ਲੱਗੇਗਾ ਤੇ ਆਪਣਾ ਆਲਾ ਦੁਆਲਾ ਵੀ। ਪੜ੍ਹਾਈ ਬੜੀ ਦਿਲਚਸਪ ਹੋਇਆ ਕਰੇਗੀ। ਜਿਵੇਂ ਉਦਾਹਰਨ ਦੇ ਤੌਰ ਤੇ ਆ ਇੱਕ ਤੁਸੀਂ ਗੋਲ ਚੱਕਰ ਦੀ ਆਕ੍ਰਿਤੀ ਦੇਖ ਰਹੇ ਹੋ, ਇਹ ਚੱਕਰ ਹੈ। ਤੁਸੀਂ ਹੁਣ ਇਹਦੇ ਵਿੱਚੋਂ ਆਪੋ ਆਪਣੀ ਖੁਸ਼ੀ, ਆਪਣੀ ਪਸੰਦ, ਆਪਣੇ ਸ਼ੌਕ ਦੀ ਕੋਈ ਚੀਜ਼ ਹੈ ਜਿਹੜੀ ਉਹ ਲੱਭਣੀ ਆ। ਇਹਨੂੰ ਉਸ ਤਰ੍ਹਾਂ ਨਾਲ ਤੁਸੀਂ ਵੇਖਣਾ ਜਾਂ ਆਪਣੀ ਨੋਟਬੁੱਕ ਤੇ, ਆਪਣੀ ਕਾਪੀ ਤੇ ਬਣਾ ਸਕਦੇ ਹੋ। ਜਿਹੜੇ ਬੱਚੇ ਖਾਣ ਪੀਣ ਦੇ ਸ਼ੌਕੀਨ ਨੇ ਉਹਨਾਂ ਨੂੰ ਜ਼ਰੂਰ ਇਹਦੇ ਵਿੱਚੋਂ ਕਿਸੇ ਨੂੰ ਰੋਟੀ ਨਜ਼ਰ ਆਈ ਹੋਣੀ ਆ, ਕਿਸੇ ਨੂੰ ਪੂਰੀ ਨਜ਼ਰ ਆਈ ਹੋਣੀ ਆ। ਇਸੇ ਤਰ੍ਹਾਂ ਜਿਹੜੇ ਕੁਦਰਤ ਦੇ ਪ੍ਰੇਮੀ ਆ ਉਹਨਾਂ ਨੂੰ ਕਿਸੇ ਨੂੰ ਚੰਨ, ਕਿਸੇ ਨੂੰ ਸੂਰਜ ਨਜ਼ਰ ਆਇਆ ਹੋਏਗਾ। ਜਿਹੜੇ ਬੱਚੇ ਕਾਰਟੂਨ ਜ਼ਿਆਦਾ ਦੇਖਦੇ ਆ ਉਹਨਾਂ ਨੂੰ ਕਾਰਟੂਨ, ਸਮਾਈਲੀਜ਼ ਨਜ਼ਰ ਆਈਆਂ ਹੋਣਗੀਆਂ। ਸੋ ਇਸ ਤਰ੍ਹਾਂ ਨਾਲ ਤੁਸੀਂ ਆਪੋ ਆਪਣੀ ਪਸੰਦ ਦੀ ਕੋਈ ਵੀ ਚੀਜ਼ ਕੀ ਦੇਖਦੇ ਹੋ ਇਹ ਤੁਸੀਂ ਜ਼ਰੂਰ ਇਹਦੇ ਆਧਾਰ 'ਤੇ ਦੱਸਣੀ ਆ। ਤੇ ਬਸ ਇਹੋ ਜਿਹੀਆਂ ਗਤੀਵਿਧੀਆਂ ਹੀ ਨੇ ਜਿਨ੍ਹਾਂ ਦੇ ਆਧਾਰ 'ਤੇ ਅਸੀਂ ਆਪਣੇ ਆਪ ਨੂੰ ਪਰਖ ਲੈਂਦੇ ਹਾਂ। ਅਧਿਆਪਕ ਸਾਹਿਬਾਨ ਦੱਸਣਗੇ, ਸਾਡੀਆਂ ਕਿਤਾਬਾਂ ਦੱਸਣਗੀਆਂ ਕਿ ਤੁਸੀਂ ਕਿਸ ਤਰ੍ਹਾਂ ਦੇ ਵਿਅਕਤੀ ਹੋ, ਤੁਸੀਂ ਕਿਸ ਤਰ੍ਹਾਂ ਨਾਲ ਹੋਰ ਤਰੱਕੀਆਂ ਕਰ ਸਕਦੇ ਹੋ। ਹੈ ਨਾ ਮਜ਼ੇਦਾਰ? ਇਸੇ ਤਰ੍ਹਾਂ ਹੀ ਬੱਚਿਓ ਬਹੁਤ ਸਾਰੀਆਂ ਗਤੀਵਿਧੀਆਂ ਤੁਹਾਡੇ ਲਈ ਹੋਣਗੀਆਂ। ਜਿਵੇਂ ਤੁਸੀਂ 1 ਮਿੰਟ ਦੇ ਅੰਦਰ ਅੰਦਰ ਕੁਝ ਚੰਗਾ ਕਰਕੇ ਦਿਖਾਉਣਾ, ਕੁਝ ਵਾਤਾਵਰਣ ਲਈ ਵਧੀਆ ਕਰਨਾ, ਤੁਸੀਂ ਕੋਈ ਇਹੋ ਜਿਹੀ ਗੱਲ ਸੋਚਣੀ ਆ ਜਿਹਦੇ ਨਾਲ ਤੁਸੀਂ ਆਪਣੇ ਮਾਹੌਲ ਨੂੰ ਸੁਧਾਰ ਸਕਦੇ ਹੋ।
ਹੁਣ ਜੇ ਆਪਾਂ ਇਹਦਾ ਛੋਟਾ ਜਿਹਾ ਇੱਥੇ ਪ੍ਰਯੋਗ ਕਰਕੇ ਵੇਖੀਏ ਕਿ ਤੁਹਾਨੂੰ ਅਸੀਂ ਅੱਧੇ ਮਿੰਟ ਦਾ ਸਮਾਂ ਦਿੰਨੇ ਆ, ਤੁਸੀਂ ਇਹਦੇ ਵਿੱਚ ਕੁਝ ਨਾ ਕੁਝ ਚੰਗਾ ਸੋਚੋ ਜਾਂ ਕਰੋ ਜਿਹਦੇ ਨਾਲ ਤੁਸੀਂ ਆਪਣੇ ਆਲੇ ਦੁਆਲੇ ਨੂੰ ਹੋਰ ਵਧੀਆ ਬਣਾ ਸਕਦੇ। ਚਲੋ ਸੋਚੋ, ਕਰੋ। ਕੀ ਹੋ ਸਕਦਾ ਕਿਤੇ ਪਾਣੀ ਦੀ ਟੂਟੀ ਚੱਲ ਰਹੀ ਆ, ਤੁਸੀਂ ਉਹਨੂੰ ਬੰਦ ਕਰ ਰਹੇ ਹੋ। ਤੁਹਾਡੇ ਨੇੜੇ ਤੇੜੇ ਕੋਈ ਕੂੜਾ ਕਰਕਟ ਹੈ, ਉਸ ਨੂੰ ਤੁਸੀਂ ਡਸਟਬਿਨ 'ਚ ਪਾ ਸਕਦੇ ਹੋ। ਤੁਹਾਡੇ ਘਰ ਵਿੱਚ ਕੋਈ ਬਜ਼ੁਰਗ ਪਾਣੀ ਮੰਗ ਰਿਹਾ, ਉਹਨੂੰ ਪਾਣੀ ਦੇ ਸਕਦੇ ਹੋ। ਕਿਸੇ ਦਾ ਸਿਰ ਦੁਖਦਾ, ਉਹ ਘੁੱਟ ਦਿੱਤਾ। ਕਿਸੇ ਨੂੰ ਸਮਾਂ ਜਿਹੜਾ ਉਹ ਨਹੀਂ ਮਿਲਦਾ, ਤੁਸੀਂ ਉਹਨੂੰ ਸਮਾਂ ਦੇ ਕੇ 1 ਮਿੰਟ ਉਹਦਾ ਹਾਲ ਹੀ ਪੁੱਛਿਆ ਹੋ, ਤਾਂ ਸ਼ਾਇਦ ਉਹਦੀ ਜ਼ਿੰਦਗੀ 'ਚ ਬਹੁਤ ਖੁਸ਼ੀ ਆਵੇ। ਇਸ ਤਰ੍ਹਾਂ ਨਾਲ ਅਸੀਂ ਆਪਣੇ ਵੱਡੇ ਵਡੇਰਿਆਂ, ਆਪਣੇ ਛੋਟਿਆਂ, ਸਭ ਦੇ ਨਾਲ ਪਿਆਰ ਨਾਲ ਚੱਲ। ਸੋ ਬੱਚਿਓ, ਹਿੰਮਤ ਹੌਸਲੇ ਦੇ ਨਾਲ ਚੰਗੀਆਂ ਕਦਰਾਂ ਕੀਮਤਾਂ ਦੇ ਲਈ ਸੰਘਰਸ਼ ਕਰਨਾ ਪਵੇ ਤਾਂ ਵੀ ਪਿੱਛੇ ਹਟਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਮੌਤ ਤੋਂ ਪਹਿਲਾਂ ਸੱਚਮੁੱਚ ਜਿਉਣਾ ਹੈ ਤੇ ਜਿਉਂ ਕੇ ਦਿਖਾਵਾਂਗੇ ਵੀ ਜ਼ਰੂਰ। ਰਾਹ ਵਿੱਚ ਮੁਸ਼ਕਿਲਾਂ ਜੇ ਆ ਜਾਣ ਤਾਂ ਹਿੰਮਤ ਹੋਰ ਵੱਧਦੀ ਹੈ। ਕੋਈ ਰਾਹ ਜੇ ਰੋਕੇ ਤਾਂ ਜੁਰਤ ਹੋਰ ਵੱਧਦੀ ਹੈ। ਜੇ ਵਿਕਣ ਤੇ ਹੀ ਆ ਜਾਈਏ ਤਾਂ ਘਟ ਜਾਂਦੀ ਹੈ ਕੀਮਤ ਅਕਸਰ। ਨਾ ਵਿਕਣ ਦਾ ਇਰਾਦਾ ਹੋਏ ਤਾਂ ਕੀਮਤ ਹੋਰ ਵੱਧਦੀ ਹੈ। ਨਾ ਵਿਕਣ ਦਾ ਇਰਾਦਾ ਹੋਏ ਤਾਂ ਕੀਮਤ ਹੋਰ ਵੱਧਦੀ ਹੈ। ਹੌਸਲੇ ਪਏ ਖੇਡਦੇ ਨੇ, ਹੌਸਲੇ ਪਏ ਖੇਡਦੇ ਨੇ, ਕਾਲੀਆਂ ਰਾਤਾਂ ਦੇ ਨਾਲ ਇਹ ਭਰੋਸਾ ਹੈ ਮੇਰਾ, ਰੋਸ਼ਨ ਸਵੇਰੇ ਆਉਣਗੇ, ਰੋਸ਼ਨ ਸਵੇਰੇ ਆਉਣਗੇ। ਅੱਜ ਸਾਡਾ ਖੂਨ ਪਾਣੀ, ਅੱਜ ਸਾਡਾ ਖੂਨ ਪਾਣੀ ਤੋਂ ਵੀ ਸਸਤਾ ਵਿਕ ਰਿਹਾ ਹੈ। ਕੱਲ ਪਸੀਨੇ ਦੇ ਵੀ ਕਤਰੇ ਮੁੱਲ ਨਗੀਨੇ ਪਾਉਣਗੇ, ਰੋਸ਼ਨ ਸਵੇਰੇ ਆਉਣਗੇ। ਹੌਸਲੇ ਪਏ ਖੇਡਦੇ ਨੇ, ਹੌਸਲੇ ਪਏ ਖੇਡਦੇ ਨੇ, ਕਾਲੀਆਂ ਰਾਤਾਂ ਦੇ ਨਾਲ ਇਹ ਭਰੋਸਾ ਹੈ ਮੇਰਾ, ਰੋਸ਼ਨ ਸਵੇਰੇ ਆਉਣਗੇ, ਰੋਸ਼ਨ ਸਵੇਰੇ ਆਉਣਗੇ। ਵਿਦਿਆਰਥੀਓ, ਜਿਵੇਂ ਤੁਹਾਨੂੰ ਅੱਜ ਦਾ ਇਹ ਲੈਕਚਰ ਵੀ ਕੁਝ ਵੱਖਰਾ ਲੱਗ ਰਿਹਾ ਹੋਵੇਗਾ, ਜਿਸ ਦੇ ਵਿੱਚ ਨਾ ਤਾਂ ਕੋਈ ਸਟੂਡੀਓ ਹੈ ਜਿੱਥੇ ਲੈਕਚਰ ਰਿਕਾਰਡ ਹੋ ਰਿਹਾ ਹੈ, ਨਾ ਕੋਈ ਸ਼੍ਰੇਣੀ ਕਮਰਾ, ਨਾ ਬਲੈਕ ਬੋਰਡ ਪਿੱਛੇ ਨਜ਼ਰ ਆ ਰਿਹਾ ਹੈ, ਨਾ ਚੌਕ, ਨਾ ਡਸਟਰ। ਬਿਲਕੁਲ ਕੁਦਰਤ ਦੀ ਗੋਦ ਵਿੱਚ ਦਰਖਤਾਂ ਕੋਲ ਜਾ ਕੇ, ਪੰਛੀਆਂ, ਜੀਵ ਜੰਤੂਆਂ ਦੇ ਕੋਲ ਜਾ ਕੇ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਵਿਸ਼ਾ ਹੈ ਸਵਾਗਤ ਜ਼ਿੰਦਗੀ, ਇਸ ਦੀ ਪ੍ਰਯੋਗਸ਼ਾਲਾ ਵੀ ਕੋਈ ਉਹ ਨਹੀਂ ਜੋ ਤੁਹਾਡੇ ਸਕੂਲਾਂ 'ਚ ਆਮ ਅਸੀਂ ਹੁਣ ਤੱਕ ਵੇਖੀ ਆ। ਕੋਈ ਕੰਪਿਊਟਰ ਲੈਬ ਨਹੀਂ, ਕੋਈ ਸਾਇੰਸ ਲੈਬ ਨਹੀਂ, ਬਲਕਿ ਇਸ ਦੀ ਪ੍ਰਯੋਗਸ਼ਾਲਾ ਜਿੱਥੇ ਤੁਹਾਡੇ ਇਸ ਵਿਸ਼ੇ ਦੀ ਪ੍ਰੀਖਿਆ ਹੋਣੀ ਆ, ਵਿਵਹਾਰਕ ਤੌਰ ਤੇ ਪ੍ਰੈਕਟੀਕਲ ਹੋਣੇ ਨੇ, ਉਹ ਵਿਹਾਰ ਤੁਹਾਡਾ ਵੇਖਿਆ ਜਾਣਾ। ਜਿਵੇਂ ਕਿਹਾ ਜਾਂਦਾ ਹੈ ਕਿ ਹੀਰਾ ਸ਼ਿੰਗਾਰ ਵਿੱਚ ਤੇ ਆਦਮੀ ਪਰਿਵਾਰ ਵਿੱਚ ਪਰਖਿਆ ਜਾਂਦਾ ਹੈ, ਸੋ ਤੁਹਾਡਾ ਵਿਹਾਰ ਵੀ ਸਮਾਜ ਵਿੱਚ ਪਰਖਿਆ ਜਾਣਾ। ਇਹੀ ਸਾਡੀ ਪ੍ਰਯੋਗਸ਼ਾਲਾ ਹੋਏਗੀ, ਜਿੱਥੇ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ, ਆਲੇ ਦੁਆਲੇ ਸਾਥੀਆਂ ਨਾਲ, ਅਧਿਆਪਕਾਂ ਨਾਲ, ਸਭ ਨਾਲ ਬਹੁਤ ਚੰਗਾ ਸਲੂਕ ਕਰਨਾ, ਵਤੀਰਾ ਦਿਖਾਉਣਾ। ਇਹੀ ਸਾਡੀ ਸਫਲਤਾ, ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਖੁਦ ਵੀ ਸਫਲ ਹੋਵੋਗੇ ਤੇ ਬਾਕੀਆਂ ਦੀ ਸਫਲਤਾ 'ਚ ਵੀ ਤੁਹਾਡਾ ਅਹਿਮ ਯੋਗਦਾਨ ਜ਼ਰੂਰ ਹੋਏਗਾ। नेकियां करके जो कभी डाली थी समंदर में, वही काम आएंगी तूफान में कश्तियाँ बन के। धन्यवाद।